ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸ ਟੀਵੀ। ਮੈਂ ਸੁਖਦੀਪ ਕੌਰ ਸੰਧੂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਜੰਕਸ਼ਨ। ਤੇ ਪ੍ਰੋਗਰਾਮ ਖਬਰ ਜੰਕਸ਼ਨ ਦਾ ਇੱਕੋ ਇੱਕ ਮਕਸਦ ਹੈ ਖਾਸ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਨਾ। ਸੋ ਵਿਚਾਰ ਚਰਚਾ ਕਰਨ ਦੇ ਵਾਸਤੇ ਸਟੂਡੀਓ ਦੇ ਵਿੱਚ ਆਣ ਪਹੁੰਚੇ ਨੇ ਨਰਿੰਦਰ ਸੱਤੀ ਜੀ। ਆਓ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਆਉਣ ਤੇ ਬਹੁਤ ਸਵਾਗਤ ਹੈ ਜੀ। ਲੈ ਚੱਲਦੇ ਹਾਂ। ਫਸਟ ਜਿਹੜੀ ਅੱਜ ਦੀ ਨਿਊਜ਼ ਹੈ ਉਹ ਇਹ ਹੈ ਕਿ ਸੰਸਦ ਦੇ ਵਿੱਚ ਹੰਗਾਮੇ ਆਏ ਦਿਨ ਹੁੰਦੇ ਰਹਿੰਦੇ ਨੇ ਤੇ ਕੱਲ ਵੀ ਇੱਕ ਤਗੜਾ ਹੰਗਾਮਾ ਹੋਇਆ ਹੈ। ਕੀ ਕਹਿਣਾ ਚਾਹੋਗੇ ਉਹਦੇ ਬਾਰੇ 'ਚ? ਜਦੋਂ ਤੋਂ ਮਾਨਸੂਨ ਸੈਸ਼ਨ ਸ਼ੁਰੂ ਹੋਇਆ ਤੇ ਸੁਖਦੀਪ ਜੀ ਜਿਹੜੀ ਵਿਰੋਧੀ ਧਿਰ ਆ ਉਹ ਦੋ ਗੱਲਾਂ ਨੂੰ ਲੈ ਕੇ ਹੰਗਾਮਾ ਕਰਦੀ ਆ ਰਹੀ ਹੈ, ਉਹਦੇ ਤੇ ਚਰਚਾ ਦੀ ਮੰਗ ਕਰਦੀ ਆ ਰਹੀ ਹੈ ਔਰ ਸਰਕਾਰ ਉਸ ਤੋਂ ਪਿੱਛੇ ਹਟਦੀ ਰਹੀ ਹੈ। ਦੋਵੇਂ ਸਦਨ ਬਾਰ-ਬਾਰ ਮੁਲਤਵੀ ਹੁੰਦੇ ਰਹੇ ਆ, ਉੱਪਰਲਾ ਸਦਨ, ਹੇਠਲਾ ਸਦਨ, ਰਾਜ ਸਭਾ, ਲੋਕ ਸਭਾ। ਤੇ ਪੈਗਾਸਸ ਦੇ ਮੁੱਦੇ ਤੇ ਖਾਸ ਕਰਕੇ ਜਿਹੜਾ ਜਸੂਸੀ ਕਾਂਡ ਹੋਇਆ ਵੀ ਉਹਦੇ ਤਹਿਤ ਜਿਹੜੇ ਸਮਾਜਿਕ ਕਾਰਕੁਨ ਨੇ, ਪੱਤਰਕਾਰ ਨੇ, ਸਿਆਸਤਦਾਨ ਆ ਵੀ ਉਹਨਾਂ ਦੀ ਫੋਨ ਟੈਪਿੰਗ ਹੋਈ ਆ। ਸਰਕਾਰ ਕਿਸੇ ਗੱਲ ਤੇ ਆਈ ਨਹੀਂ। 3 ਕਾਲੇ ਖੇਤੀ ਕਾਨੂੰਨਾਂ ਤੇ 26 ਨਵੰਬਰ 2020 ਤੋਂ ਕਿਸਾਨ ਅੰਦੋਲਨ ਕਰ ਰਹੇ ਆ। ਅੰਦੋਲਨ ਤਾਂ ਉਸ ਤੋਂ ਪਹਿਲਾਂ ਸ਼ੁਰੂ ਹੋ ਗਿਆ, ਪਰ 26 ਨਵੰਬਰ ਤੋਂ ਦਿੱਲੀ ਦੀਆਂ ਬਰੂਹਾਂ ਮੱਲ ਕੇ ਬੈਠੇ ਆ, ਉਹਦੇ ਤੇ ਚਰਚਾ ਨੂੰ ਤਿਆਰ ਨਹੀਂ। ਕਿਸਾਨਾਂ ਨੇ ਵਿਰੋਧੀ ਧਿਰ ਦੇ ਐਮਪੀਜ਼ ਨੂੰ ਚੇਤਾਵਨੀ ਪੱਤਰ ਦਿੱਤੇ ਸੀ ਵੀ ਭਾਈ ਜੇ ਤੁਸੀਂ ਸਾਡੀ ਗੱਲ ਸਦਨ ਦੇ ਦੋਹਾਂ ਮਤਲਬ ਜਿਹੜਾ ਹਿੱਸਿਆਂ 'ਚ ਨਾ ਰੱਖੀ, ਉੱਪਰਲੇ ਹੇਠਲੇ ਸਦਨ ਦੇ ਵਿੱਚ, ਤਾਂ ਅਸੀਂ ਤੁਹਾਡਾ ਵੀ ਵਿਰੋਧ ਕਰਾਂਗੇ। ਸੋ ਵਿਰੋਧੀ ਪਾਰਟੀਆਂ ਸਾਰੀਆਂ ਇਕਜੁੱਟ ਹੋ ਕੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ, ਉਹਨਾਂ ਤੇ ਚਰਚਾ ਕਰਵਾਉਣ ਲਈ ਜਿਹੜਾ ਆ ਉਹ ਸਦਨ ਦੇ ਵਿੱਚ ਰੌਲਾ ਰੱਪਾ ਪਾਉਂਦੀਆਂ ਰਹੀਆਂ, ਪਰ ਸਰਕਾਰ ਕਿਸੇ ਵੀ ਗੱਲ ਤੇ ਨਹੀਂ ਆਈ। ਹੁਣ ਕੱਲ ਦੀ ਗੱਲ ਹੈ ਵੀ ਦੇਖੋ, ਪਹਿਲਾਂ ਤਾਂ ਜਿਹੜਾ ਮੌਨਸੂਨ ਸੈਸ਼ਨ ਆ ਉਹ ਖਤਮ ਹੋਣ ਦੇ ਨੇੜੇ ਹੋ ਗਿਆ, ਠੀਕ ਹੈ। ਔਰ ਜੈ ਰਾਮ ਰਮੇਸ਼ ਕਾਂਗਰਸ ਦੇ ਚੀਫ ਵਿਪ ਨੇ, ਉਹਨਾਂ ਨੇ ਤੇ ਪ੍ਰਤਾਪ ਬਾਜਵਾ ਜਿਹੜੇ ਨਾ, ਪ੍ਰਤਾਪ ਸਿੰਘ ਬਾਜਵਾ ਪੰਜਾਬ ਤੋਂ ਜਿਹੜੇ ਮੈਂਬਰ ਪਾਰਲੀਮੈਂਟ ਨੇ, ਰਾਜ ਸਭਾ ਮੈਂਬਰ ਨੇ, ਇਹਨਾਂ ਨੇ ਸਰਕਾਰ ਦਾ ਧਿਆਨ ਦਿਵਾਊ ਮਤਾ ਜਿਹੜਾ ਉਹ ਕੱਲ ਪੇਸ਼ ਕੀਤਾ ਸੀ ਰਾਜ ਸਭਾ ਵਿੱਚ। ਸਰਕਾਰ ਨੇ ਕੀ ਕੀਤਾ? ਸਰਕਾਰ ਨੇ ਨਾ ਮਤਲਬ ਉਹਨੂੰ ਉਹਦੇ ਤੇ ਵਿਸਥਾਰਤ ਚਰਚਾ ਦੀ ਬਜਾਏ ਉਹਨੂੰ ਇੱਕ ਛੋਟੀ ਬਹਿਸ ਦੇ ਵਿੱਚ ਬਦਲ ਦਿੱਤਾ। ਇਹ ਸਰਕਾਰ ਦੀ ਚਲਾਕੀ ਸੀ ਵੀ ਦਬ ਕੰਮ ਨਿਬੇੜੋ, ਠੀਕ ਹੈ। ਬਿਲਕੁਲ। ਤੇ ਉਹਦੇ ਤੇ ਕਿਉਂ ਨਹੀਂ ਚਰਚਾ ਕਰਵਾਈ, ਕਿਉਂ ਨਹੀਂ ਉਹਦੇ ਤੇ ਵਿਰੋਧੀ ਧਿਰ ਦੇ ਵਿਚਾਰ ਜਿਹੜੇ ਆ, ਨਿੱਕੀ ਜੀ ਬਹਿਸ ਕਰਕੇ ਤਾਂ ਗੱਲ ਨਿਬੇੜ ਦਿੱਤੀ। ਔਰ ਇਸ ਕਰਕੇ ਕੱਲ ਰਾਜ ਸਭਾ ਚ ਉੱਪਰਲੇ ਸਦਨ ਦੇ ਵਿੱਚ ਬਹੁਤ ਹੰਗਾਮਾ ਹੋਇਆ, ਬਾਰ-ਬਾਰ ਮੁਲਤਵੀ ਕਰਨੀ ਪਈ ਆ। ਔਰ ਸਾਰੀਆਂ ਵਿਰੋਧੀ ਪਾਰਟੀਆਂ ਜਿਹੜੀਆਂ ਨੇ ਉਹ ਇਕਜੁੱਟ ਸੀਗੀਆਂ। ਦੂਜਾ, ਸਰਕਾਰ ਕੀ ਕਹਿੰਦੀ ਵੀ ਚਰਚਾ ਕਰਾਵਾਂਗੇ ਪਰ ਆਉਂਦੇ ਸੈਸ਼ਨ ਦੇ ਵਿੱਚ। ਸਾਲ ਹੋ ਗਿਆ ਕਿਸਾਨਾਂ ਨੂੰ ਦੇਸ਼ 'ਚ ਰੌਲਾ ਰੱਪਾ ਪਾਉਂਦਿਆਂ ਨੂੰ, ਸਾਰੀਆਂ ਵਿਰੋਧੀ ਧਿਰਾਂ ਉਸ ਮੁੱਦੇ ਤੇ ਇਕਜੁੱਟ ਆ, ਤੇ ਸਰਕਾਰ ਇਸ ਸੈਸ਼ਨ ਦੇ ਵਿੱਚ ਕਿਉਂ ਨਹੀਂ ਉੱਤੇ ਚਰਚਾ ਕਰਵਾਈ, ਠੀਕ ਹੈ। ਸੋ ਦੇਖਣ ਵਾਲੀ ਗੱਲ ਤੇ ਇਹ ਹੈ ਨਾ ਵੀ ਇਹ ਸਰਕਾਰ ਦੀ ਚਲਾਕੀ, ਔਰ ਸਰਕਾਰ ਜਿਹੜਾ ਆ ਉਹ ਲੋਕ ਮੁੱਦਿਆਂ ਤੋਂ ਪਿੱਛੇ ਹਟਣ ਦੇ ਤੁੱਲ ਇਹ ਕਾਰਵਾਈ ਹੈਗੀ ਆ ਸਰਕਾਰ ਦੀ। ਜੀ ਦੂਸਰਾ ਇਹ ਹੈ ਵੀ ਸੁਖਦੀਪ, ਇਹਦੇ ਤੇ ਵਿਰੋਧੀ ਧਿਰ ਸਾਰੀ ਇਕਜੁੱਟ, ਸੰਸਦ ਦੇ ਬਾਹਰ ਵੀ ਬਸਪਾ, ਕਾਂਗਰਸ, ਅਕਾਲੀ ਦਲ, ਇਹਨਾਂ ਸਾਰਿਆਂ ਨੇ ਮੁਜ਼ਾਹਰਾ ਕੀਤਾ। ਔਰ ਬੀਬੀ ਹਰਸਿਮਰਤ ਕੌਰ ਬਾਦਲ ਹੋਰੀ, ਉਹਨਾਂ ਨੇ ਵੀ ਜਿਹੜੇ ਕਿਸਾਨ ਸ਼ਹੀਦ ਹੋਏ ਆ ਅੰਦੋਲਨ ਦੌਰਾਨ, ਉਹਨਾਂ ਦੇ ਨਾਵਾਂ ਦੀ ਤਖਤੀ ਵੀ ਚੁੱਕੀ, ਡਿਸਪਲੇ ਕੀਤੀ। ਤੇ ਇਸ ਤਰ੍ਹਾਂ ਇਹ ਕੱਲ ਵਾਲਾ ਦਿਨ ਵੀ ਜਿਹੜਾ ਇਹ ਖਤਮ ਹੋ ਗਿਆ ਹੈਗਾ। ਤਾਂ ਦੂਸਰਾ, ਜਿਹੜੇ ਭਗਵੰਤ ਮਾਨ ਨੇ, ਉਹਨਾਂ ਨੇ ਕੰਮ ਰੋਕੂ ਮਤਾ 11ਵੀਂ ਵਾਰ ਕੱਲ ਪੇਸ਼ ਕੀਤਾ। ਔਰ ਬੀਬੀ ਹਰਸਿਮਰਤ ਕੌਰ ਬਾਦਲ ਤੇ ਭਗਵੰਤ ਮਾਨ ਹੋਰੀ ਇਹ ਮੁੱਦਾ ਬੜੇ ਜ਼ੋਰ ਸ਼ੋਰ ਦੇ ਨਾਲ ਖੇਤੀ ਕਾਨੂੰਨਾਂ ਵਾਲਾ ਸੰਸਦ ਦੇ ਵਿੱਚ ਉਠਾਇਆ, ਪਰ ਸਰਕਾਰ ਕਿਸੇ ਵੀ ਗੱਲ ਤੇ ਨਹੀਂ ਆਈ। ਇਹ ਕੱਲ ਦੀਆਂ ਘਟਨਾਵਾਂ ਨੇ। ਸੋ ਭਗਵੰਤ ਮਾਨ ਦੇ ਵੱਲੋਂ ਵੀ ਬਹੁਤ ਸਾਰੇ ਜਿਹੜੇ ਨੇ ਕੰਮ ਰੋਕੂ ਮਤੇ ਜਿਹੜੇ ਨੇ ਉਹ ਪੇਸ਼ ਕੀਤੇ ਜਾਂਦੇ ਨੇ, ਪਰ ਸਰਕਾਰ ਕਿਤੇ ਨਾ ਕਿਤੇ ਗੱਲ ਨਹੀਂ ਸੁਣਦੀ ਪਈ, ਉਹਨਾਂ ਦੇ ਕੰਨਾਂ ਤੇ ਜੂੰ ਜਿਹੜੀ ਹੈ ਨਹੀਂ ਸਰਕਦੀ ਪਈ। ਜਿਹੜੇ ਵੀ ਬਿੱਲ ਨੇ ਉਹਨਾਂ ਨੂੰ ਰੱਦ ਕਰਵਾਉਣ ਦੇ ਵਾਸਤੇ ਭਗਵੰਤ ਮਾਨ ਨੇ ਬਹੁਤ ਕੁਝ ਕੀਤਾ ਸੰਸਦ ਦੇ ਵਿੱਚ, ਤੇ ਕੱਲ ਵੀ ਉਹਨਾਂ ਨੇ ਇੱਕ ਹਲਚਲ ਕੀਤੀ ਹੈ, ਉਹਦੇ ਬਾਰੇ ਕੀ ਕਹਿਣਾ? ਕੱਲ ਉਹਨਾਂ ਨੇ ਪੂਰੇ ਸੈਸ਼ਨ ਦੇ ਦੌਰਾਨ ਕੱਲ 11ਵੀਂ ਵਾਰੀ ਕੰਮ ਰੋਕੂ ਮਤਾ ਪੇਸ਼ ਕੀਤਾ ਵੀ ਪਹਿਲਾਂ ਆਹ ਗੱਲ ਸੁਣੀ ਜਾਵੇ। ਬਿਲਕੁਲ। ਬਹੁਤ ਜ਼ੋਰਦਾਰ ਢੰਗ ਨਾਲ ਉਠਾਇਆ। ਉਹਨਾਂ ਨੇ ਕਿਹਾ ਵੀ ਇਹ ਬਿੱਲ
ਕੱਲਾ ਕਿਸਾਨਾਂ ਲਈ ਥੋੜ੍ਹਾ ਇਹ ਤਾਂ ਸਾਰੇ ਜਿਹੜੇ ਲੋਕ ਨੇ ਦੇਸ਼ ਦੇ ਉਹਨਾਂ ਲਈ ਮਾਰੂ ਬਿੱਲ ਹੈਗੇ ਆ ਔਰ ਇਹਨਾਂ ਨੂੰ ਵਾਪਸ ਲਿਆ ਜਾਵੇ, ਰੱਦ ਕੀਤਾ ਜਾਵੇ। ਪਰ ਸਰਕਾਰ ਕਿਸੇ ਗੱਲ ਤੇ ਆਈ ਨਹੀਂ। ਭਗਵੰਤ ਮਾਨ ਪਹਿਲਾਂ ਤੋਂ ਹੀ ਉਹਨਾਂ ਤਾਂ ਆਪ ਜੀ ਨੇ ਸੁਣਿਆ ਪੜਿਆ ਹੋਣਾ ਵੀ ਪ੍ਰਧਾਨ ਮੰਤਰੀ ਦੇ ਸਾਹਮਣੇ ਬੈਠ ਕੇ ਆਲੋਚਨਾ ਕੀਤੀ ਆ ਉਹਨਾਂ ਨੇ ਸਰਕਾਰ ਦੀ, ਹੈ ਨਾ। ਤਾਂ ਪਹਿਲਾਂ ਤੋਂ ਜ਼ੋਰਦਾਰ ਢੰਗ ਨਾਲ ਇਹ ਮੁੱਦਾ ਉਠਾਉਂਦੇ ਰਹੇ ਆ ਔਰ ਬੀਬੀ ਹਰਸਿਮਰਤ ਕੌਰ ਬਾਦਲ ਹੋਰੀ ਵੀ ਕੱਲ ਆਪਣੀ ਗੱਲ ਬੜੇ ਵਜ਼ਨਦਾਰ ਢੰਗ ਦੇ ਨਾਲ ਪਾਰਲੀਮੈਂਟ 'ਚ ਰੱਖੀ ਆ। ਪਰ ਸਰਕਾਰ ਮੈਂ ਕਹਾਂਗਾ ਇੰਨੀ ਢੀਠਤਾਈ ਤੇ ਉੱਤਰ ਆਈ ਹੈ ਵੀ ਉਹ ਕਿਸੇ ਗੱਲ ਤੇ ਚਰਚਾ ਕਰਾਉਣ ਨੂੰ ਤਿਆਰ ਨਹੀਂ, ਕਿਉਂਕਿ ਚਰਚਾ 'ਚ ਭੱਜਦੇ ਨੇ। ਅੱਜ ਤੱਕ ਚਾਹੇ ਉਹ ਨਰਿੰਦਰ ਤੋਮਰ ਹੋ ਰਹੀ ਆ, ਉਹਨਾਂ ਦੇ ਖੇਤੀਬਾੜੀ ਮੰਤਰੀ, ਚਾਹੇ ਹੋਰ ਮੰਤਰੀ ਨੇ, ਉਹ ਜਿਹੜੇ ਆ ਕਾਨੂੰਨ ਨੇ ਉਹਨਾਂ ਦੇ ਗੋਗੇ ਹੀ ਗਾਈ ਜਾ ਰਹੇ ਆ ਵੀ ਇਹ ਕਿਸਾਨਾਂ ਲਈ ਬਹੁਤ ਚੰਗੇ ਆ, ਬਹੁਤ ਚੰਗੇ ਆ। ਅਸਲ ਦੇ ਵਿੱਚ ਇਹ ਕਾਨੂੰਨ ਕਾਰਪੋਰੇਟ ਸੈਕਟਰ ਦੇ ਜਿਹੜੇ ਲੋਕ ਆ, ਧਨੀ ਲੋਕਾਂ ਦੀ ਜਿਹੜੀ ਆ ਤਰਫਦਾਰੀ ਕਰਦੇ ਨੇ ਔਰ ਗਰੀਬ ਮਾਰੂ ਕਾਨੂੰਨ ਨੇ। ਜੇ ਇਹਨਾਂ ਤੇ ਐਨੈਕਟਮੈਂਟ ਹੋ ਜਾਂਦੀ ਆ, ਜੇ ਇਹਨਾਂ ਤੇ ਅਮਲ ਹੁੰਦਾ ਇਹਨਾਂ ਕਾਨੂੰਨਾਂ ਤੇ, ਤਾਂ ਕਿਸਾਨ ਤਾਂ ਆਪਣੀਆਂ ਜ਼ਮੀਨਾਂ ਤੋਂ ਵੀ ਵਿਰਵੇ ਹੋਣਗੇ, ਰੋਟੀ ਰੋਜ਼ੀ ਤੋਂ ਵੀ ਵਿਰਵੇ ਹੋਣਗੇ। ਠੀਕ ਹੈ, ਕਿਉਂਕਿ ਰੋਟੀ ਰੋਜ਼ੀ ਉਹਨਾਂ ਦੀ ਜ਼ਮੀਨ ਨਾਲ ਜੁੜੀ ਹੋਈ ਹੈ। ਬਿਲਕੁਲ। ਔਰ ਕੱਲਾ ਕਿਸਾਨ ਹੀ ਨਹੀਂ, ਉੱਥੇ ਜਿਹੜੇ ਖੇਤ ਮਜ਼ਦੂਰ ਹੈ, ਪੇਂਡੂ ਇਲਾਕਾ, ਦੇਸ਼ ਖੇਤੀ ਪ੍ਰਧਾਨ ਦੇਸ਼ ਹੈ ਆਪਣਾ, ਹੈ ਨਾ। ਬਿਲਕੁਲ। ਉਦਯੋਗ ਮੁਖੀ ਤਾਂ ਦੇਸ਼ ਹੈ ਹੀ ਨਹੀਂਗਾ। ਠੀਕ ਹੈ। ਔਰ ਦੇਸ਼ ਦੀ ਬਹੁਤੀ ਜਨਤਾ ਜਿਹੜੀ ਆ ਉਹ ਖੇਤੀਬਾੜੀ ਜਾਂ ਇਹਦੇ ਨਾਲ ਜੁੜੇ ਹੋਏ ਕਾਰੋਬਾਰ ਨਾਲ ਸੰਬੰਧਿਤ ਹੈਗੀ ਆ, ਉਹਦੇ ਤੇ ਨਿਰਭਰ ਵੀ ਹੈ। ਪਰ ਸਰਕਾਰ ਲੋਕਾਂ ਦੀ ਸੰਗੀ ਕੁੱਟਣ। ਸੋ ਕੈਪਟਨ ਸਾਹਿਬ ਨੇ ਬਹੁਤ ਸਾਰੀਆਂ ਮੁਲਾਕਾਤ ਕੀਤੀਆਂ ਨੇ, ਭਾਵੇਂ ਉਹਨਾਂ ਨੇ ਸੋਨੀਆ ਗਾਂਧੀ ਨਾਲ ਕੀਤੀਆਂ ਨੇ ਜਾਂ ਫਿਰ ਉਹਨਾਂ ਨੇ ਰਾਹੁਲ ਗਾਂਧੀ ਨੂੰ ਮਿਲਣ ਦੀ ਵੀ ਕੋਸ਼ਿਸ਼ ਕੀਤੀ ਹੈ, ਤੇ ਕੱਲ ਵੀ ਉਹਨਾਂ ਨੇ ਇੱਕ ਮੁਲਾਕਾਤ ਕੀਤੀ ਹੈ ਸੋਨੀਆ ਗਾਂਧੀ ਜੀ ਦੇ ਨਾਲ। ਕੀ ਕਹਿਣਾ ਚਾਹੋਗੇ ਇਹਦੇ ਬਾਰੇ 'ਚ? ਕੱਲ ਸੁਖਦੀਪ ਜੀ ਕੈਪਟਨ ਹੋਰੀ ਜਿਹੜੇ ਕਾਂਗਰਸ ਤੇ ਸਰਵੇ ਸਰਵਾ ਨੇ ਜੀ, ਉਹ ਬੀਬੀ ਸੋਨੀਆ ਗਾਂਧੀ ਹੋਰਾਂ ਦੇ ਨਾਲ ਮੁਲਾਕਾਤ ਕੀਤੀ ਆ। ਮੁੱਖ ਤੌਰ ਤੇ ਤਾਂ ਪ੍ਰਸ਼ਾਸਨਿਕ ਮੁੱਦਿਆਂ ਤੇ ਗੱਲ ਹੋਈ ਹੈ ਔਰ ਜਿਹੜੀ ਵਜ਼ਾਰਤੀ ਰੱਦੋ-ਬਦਲ ਹੋ ਰਹੀ ਆ ਪੰਜਾਬ ਦੇ ਵਿੱਚ, ਹੁਣ ਮੰਤਰੀ ਮੰਡਲ ਦੇ ਵਿੱਚ ਤਬਦੀਲੀਆਂ ਆਉਣਗੀਆਂ, ਦੇਖੋ ਕਿਹੜਾ ਮੰਤਰੀ ਬਣਦਾ, ਕਿਹੜਾ ਹਟਦਾ ਹੈਗਾ, ਤੇ ਬਹੁਤਾ ਕਰਕੇ ਇਸੇ ਕਰਕੇ ਗੱਲ ਹੋਈ ਆ। ਹਾਲਾਂਕਿ ਹਰੀਸ਼ ਰਾਵਤ ਹੋਰੀ ਕਿਹਾ ਵੀ ਇੱਕ ਤਰ੍ਹਾਂ ਦਾ ਜਿਹੜਾ ਵਜ਼ਾਰਤੀ ਰੱਦੋ-ਬਦਲ ਤੇ ਕੋਈ ਗੱਲ ਨਹੀਂ ਹੋਈ, ਪਰ ਜਿਹੜੇ ਕੈਪਟਨ ਸਾਹਿਬ ਦੇ ਮੀਡੀਆ ਸਲਾਹਕਾਰ ਨੇ ਉਹਨਾਂ ਨੇ ਟਵੀਟ ਕਰਕੇ ਕਿਹਾ ਵੀ ਜਿਹੜੀ ਗੱਲਬਾਤ ਆ ਬੜੀ ਤਸੱਲੀ ਬਖਸ਼ ਰਹੀ ਹੈਗੀ ਆ ਬੀਬੀ ਸੋਨੀਆ ਗਾਂਧੀ ਦੇ ਨਾਲ। ਤੇ ਮੁੱਖ ਤੌਰ ਤੇ ਤਾਂ ਇਹੀ ਗੱਲਾਂ ਬਾਤਾਂ ਹੋਈਆਂ ਵੀ ਕਿਉਂਕਿ ਅਕਸਰ ਉਹ ਕਾਂਗਰਸ ਦੇ ਸਭ ਤੋਂ ਵੱਡੇ ਆਗੂ ਨੇ ਬੀਬੀ ਸੋਨੀਆ ਗਾਂਧੀ ਹੋਰੀ, ਤਾਂ ਵਜ਼ਾਰਤ ਦੇ ਵਿੱਚ ਰੱਦੋ-ਬਦਲ ਹੋਣੀ ਹੈ। ਜਿਹੜੇ ਸਿੱਧੂ ਸਾਹਿਬ ਮੁੜ ਕੇ ਹਮਲੇ ਕਰ ਰਹੇ ਕਾਂਗਰਸ ਤੇ ਪ੍ਰਧਾਨ ਬਣਨ ਤੋਂ ਬਾਅਦ, ਉਹਦੀ ਵੀ ਚਰਚਾ ਉਹਨਾਂ ਨੇ ਕੀਤੀ ਹੈ। ਮਸਲਨ ਉਹਨਾਂ ਨੇ ਕੱਲ ਪਰਸੋਂ ਕਿਹਾ ਵੀ ਜਿਹੜੀ ਸੀਲਬੰਦ ਰਿਪੋਰਟ ਸੀ ਹਾਈ ਕੋਰਟ ਦੇ ਵਿੱਚ ਪੇਸ਼ ਕੀਤੀ ਨਸ਼ਿਆਂ ਸੰਬੰਧੀ, ਹਰਪ੍ਰੀਤ ਜਿਹੜੇ ਪਹਿਲੇ ਸਿੱਟ ਮੁਖੀ ਨੇ, ਵੀ ਉਹਦਾ ਕੀ ਬਣਿਆ, ਉਹ ਜਨਤਕ ਕੀਤੀ ਜਾਵੇ। ਵੀ ਜੇ ਉਹ ਨਹੀਂ ਜਨਤਕ ਕਰਦੀ ਸਰਕਾਰ ਤਾਂ ਮੈਂ ਉਹਦੇ ਬਾਰੇ ਵਿਧਾਨ ਸਭਾ 'ਚ ਮਤਾ ਲਿਆਉਂਗਾ, ਹੈ ਨਾ। ਇਹ ਸਰਕਾਰ ਨੂੰ ਆਪਣੀ ਨੂੰ ਧਮਕੀ ਦਿੱਤੀ ਹੈਗੀ ਆ। ਦੂਜੇ ਬੰਨੇ ਹੋਰ ਚਰਚਾ ਜਿਹੜੀ ਇਹ ਹੈ ਵੀ ਜਿਹੜੇ ਖਾਸ ਕਰਕੇ ਮਾਝੇ ਦੇ ਵਜ਼ੀਰ ਨੇ, ਮਝੈਲ ਵਜ਼ੀਰ ਕਹਿ ਲਓ, ਸੁਖਬਿੰਦਰ ਸੁਖ ਸਰਕਾਰੀਆ, ਸੁਖਜਿੰਦਰ ਸਿੰਘ ਰੰਧਾਵਾ ਹੋਰੀ, ਇਹਨਾਂ 4-5 ਵਜ਼ੀਰਾਂ ਨੇ ਸੋਨੀਆ ਗਾਂਧੀ ਹੋਰਾਂ ਨੂੰ ਕੱਲ ਇੱਕ ਪੱਤਰ ਲਿਖਿਆ ਤੇ ਮੁਲਾਕਾਤ ਦੀ ਮੰਗ ਕੀਤੀ ਹੈਗੀ ਆ। ਉਹਨਾਂ ਨੇ ਕਾਹਦੇ ਲਈ ਮੁਲਾਕਾਤ ਦੀ ਮੰਗ ਕੀਤੀ ਹੈ? ਜਿਹੜਾ ਕੁਛ ਨਕਾਤੀ ਪ੍ਰੋਗਰਾਮ ਆ, ਕੁਛ ਏਜੰਡਾ ਆ, ਜਿਹੜਾ ਕੱਲ ਸਮਝਿਆ ਜਾਂਦਾ ਵੀ ਕੈਪਟਨ ਸਾਹਿਬ ਨੇ 18 ਨਕਾਤੀ ਜਿਹੜਾ ਏਜੰਡਾ ਆ ਉਹ ਸੋਨੀਆ ਗਾਂਧੀ ਨਾਲ ਸਾਂਝਾ ਕੀਤਾ ਹੈਗਾ ਜਾਂ ਉੱਤੇ ਵਿਚਾਰ ਚਰਚਾ ਕੀਤੀ ਆ। ਕਿਹਾ ਜਾਂਦਾ ਵੀ ਇਹ ਵਜ਼ੀਰ ਉਸ ਏਜੰਡੇ ਦਾ ਕੱਚ ਸੱਚ ਸੋਨੀਆ ਗਾਂਧੀ ਹੋਰਾਂ ਅੱਗੇ ਰੱਖਣਾ ਚਾਹੁੰਦੇ ਆ ਵੀ ਸਰਕਾਰ ਕਹਿੰਦੀ ਕੁਛ ਆ, ਕਰਦੀ ਕੁਛ ਆ, ਤੇ ਕਿੰਨੇ ਕੁ ਵਾਅਦੇ ਜਿਹੜੇ ਆ ਪੰਜਾਬ ਦੇ ਲੋਕਾਂ ਨਾਲ ਇਸ ਸਰਕਾਰ ਨੇ ਨਿਭਾਏ ਆ ਕੈਪਟਨ ਸਾਹਿਬ ਨੇ, ਤੇ ਕਿੰਨਿਆਂ ਤੋਂ ਪਿੱਛੇ ਹਟੇ ਆ। ਉਹ ਸਾਰੀ ਜਿਹੜੀ ਸਥਿਤੀ ਹੈ ਗਰਾਊਂਡ ਲੈਵਲ ਤੇ, ਉਹ ਇਹ ਵਜ਼ੀਰ ਸਮਝਿਆ ਜਾਂਦਾ ਵੀ ਕਾਂਗਰਸ ਪ੍ਰਧਾਨ ਦੇ ਨਾਲ ਸਾਂਝੀ ਕਰਨੀ ਚਾਹੁੰਦੇ ਨੇ। ਸੋ ਉਹਦੀ ਵੀ ਉਨੀ ਚਰਚਾ ਆ ਜਿੰਨੀ ਕੈਪਟਨ ਸਾਹਿਬ ਦੀ। ਦੂਸਰਾ, ਕੈਪਟਨ ਸਾਹਿਬ ਨੇ ਜਿਹੜੇ ਗ੍ਰਹਿ ਮੰਤਰੀ ਨੇ ਦੇਸ਼ ਦੇ, ਅਮਿਤ ਸ਼ਾਹ ਹੋਰਾਂ ਨਾਲ ਵੀ ਮੁਲਾਕਾਤ ਕੀਤੀ ਹੈ। ਉਸ ਮੁਲਾਕਾਤ ਦੇ ਵਿੱਚ ਕਿਹਾ ਜਾਂਦਾ ਵੀ
ਕਿਉਂਕਿ ਤੁਸੀਂ ਦੇਖਿਆ ਹੋਣਾ ਪਰਸੋਂ ਟਿਫਨ ਬੰਬ ਜਿਹੜਾ ਆ ਬਿਲਕੁਲ ਅੰਮ੍ਰਿਤਸਰ ਦੇ ਵਿੱਚ ਡਰੋਨ ਰਾਹੀਂ ਸੁੱਟਿਆ ਗਿਆ 2-3 ਕਿਲੋ RDX ਸੀਗੀ ਉਹਦੇ ਵਿੱਚ, ਪਿਸਤੌਲ ਸੁੱਟੇ ਗਏ, ਹੈਂਡ ਗ੍ਰੇਨੇਡ ਸੁੱਟੇ ਗਏ। ਲਗਾਤਾਰ ਹੀ ਗੁਆਂਢੀ ਮੁਲਕ ਜਿਹੜਾ ਹੁਣ ਡਰੋਨ ਜ਼ਰੀਏ ਹਥਿਆਰ ਭੇਜਣ ਦਾ ਯਤਨ ਕਰ ਰਿਹਾ ਸਰਹੱਦੋਂ ਪਾਰੋਂ ਇਧਰਲੇ ਬੰਨੇ ਪੰਜਾਬ ਵਾਲੇ ਪਾਸੇ। ਤਾਂ ਕੈਪਟਨ ਸਾਹਿਬ ਨੇ ਇਹ ਕਿਹਾ ਵੀ ਸਾਨੂੰ ਹੋਰ ਕੰਪਨੀਆਂ ਜਿਹੜੀਆਂ ਆ ਉਹ ਪੈਰਾਮਿਲਟਰੀ ਫੋਰਸਿਸ ਦੀਆਂ ਜਾਂ ਮਿਲਟਰੀ ਫੋਰਸਿਸ ਦੀਆਂ ਚਾਹੀਦੀਆਂ, ਚੌਕਸੀ ਵਧਾਈ ਜਾਵੇ, ਹੈ ਨਾ। ਤੇ ਵੀ ਜਿਹੜਾ ਪੰਜਾਬ ਨੂੰ ਇਧਰਲੇ ਬੰਨਿਓ ਪਾਕਿਸਤਾਨ ਵਾਲੇ ਬੰਨਿਓ ਖਤਰਾ ਆ, ਇਹ ਵੀ ਮੰਗ ਉਹਨਾਂ ਨੇ ਕੱਲ ਅਮਿਤ ਸ਼ਾਹ ਉਹਨਾਂ ਨਾਲ ਮੁਲਾਕਾਤ ਕਰਕੇ ਕੀਤੀ ਹੈਗੀ ਆ। ਸੋ ਜਿਹੜਾ ਕੁੱਲ ਮਿਲਾ ਕੇ ਇਹ ਆਪਣਾ ਪੱਖ ਰੱਖ ਕੇ ਆਏ ਹੋਣਗੇ। ਤਾਂ ਜਿਹੜੇ ਆਪਾਂ ਮਝੈਲ ਵਜ਼ੀਰਾਂ ਦੀ ਗੱਲ ਕਰਦੇ ਹਾਂ ਉਹ ਆਪਣਾ ਪੱਖ ਰੱਖਣ ਲਈ ਦੋਹਾਂ ਗੱਲਾਂ ਦੀ ਬਰਾਬਰ ਚਰਚਾ ਹੋ ਰਹੀ ਹੈ ਜੀ। ਸੋ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਜੰਕਸ਼ਨ। ਵੇਲਾ ਛੋਟੀ ਜਿਹੀ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਮੁੜ ਹਾਜ਼ਰ ਹੋਵਾਂਗੇ। ਤੱਖਰ ਅਰਜੈਂਟ ਕੇਅਰ ਐਂਡ ਫੈਮਿਲੀ ਮੈਡੀਸਨ, ਡਾਕਟਰ ਪਰਮਜੀਤ ਸਿੰਘ ਤੱਖਰ MD, ਜੋ ਹਮੇਸ਼ਾ ਤੁਹਾਡੀ ਸੇਵਾ ਵਿੱਚ ਹਾਜ਼ਰ ਰਹਿੰਦੇ ਨੇ। ਹਰ ਤਰ੍ਹਾਂ ਦੀ ਬਿਮਾਰੀ ਦਾ ਇਲਾਜ ਕਰਾਉਣ ਲਈ ਸੈਕਰਾਮੈਂਟੋ ਦੇ ਤਜਰਬੇਕਾਰ ਡਾਕਟਰ ਪਰਮਜੀਤ ਸਿੰਘ ਤੱਖਰ MD ਨਾਲ ਸੰਪਰਕ ਕਰੋ। ਇਹ ਤੁਹਾਡੀ ਗੱਲ ਬੜੇ ਧਿਆਨ ਨਾਲ ਸੁਣਦੇ ਨੇ ਤੇ ਭਰੋਸੇਯੋਗ ਇਲਾਜ ਕਰਦੇ ਨੇ। ਪੰਜਾਬੀਆਂ 'ਚ ਹਰਮਨ ਪਿਆਰੇ ਡਾਕਟਰ ਪਰਮਜੀਤ ਸਿੰਘ ਤੱਖਰ ਹਰ ਤਰ੍ਹਾਂ ਦੀ ਇੰਸ਼ੋਰੈਂਸ ਵੀ ਲੈਂਦੇ ਨੇ। ਇਹ ਪੰਜਾਬੀ, ਹਿੰਦੀ ਤੇ ਇੰਗਲਿਸ਼ ਵਿੱਚ ਗੱਲ ਕਰਦੇ ਨੇ। ਪਰਮਜੀਤ ਸਿੰਘ ਤੱਖਰ DOT, non-DOT ਫਿਜ਼ੀਕਲਸ, ਬ੍ਰੈਥ ਐਲਕੋਹਲ ਟੈਸਟਿੰਗ, ਪ੍ਰੀ-ਇੰਪਲੋਇਡ ਫਿਜ਼ੀਕਲ ਆਦਿ ਦੀਆਂ ਸੇਵਾਵਾਂ ਵੀ ਦਿੰਦੇ ਨੇ। ਹਮੇਸ਼ਾ ਯਾਦ ਰੱਖੋ, ਸੈਕਰਾਮੈਂਟੋ ਦੇ ਮਸ਼ਹੂਰ ਡਾਕਟਰ ਪਰਮਜੀਤ ਸਿੰਘ ਤੱਖਰ। ਅੱਜ ਹੀ ਆਪਣੀ ਅਪਾਇੰਟਮੈਂਟ ਬਣਾਓ। ਵੀ ਐਕਸੈਪਟ ਮੈਡੀਕਲ ਕਾਰਡ ਐਂਡ ਕੈਸ਼ ਪੇ। ਅੱਜ ਹੀ ਫੋਨ ਕਰੋ 916 688 8888 916 688 8888 8191 Timberlake Way, 400 Sacramento, California 95823। ਬ੍ਰੇਕ ਤੋਂ ਬਾਅਦ ਮੁੜ ਤੋਂ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਖਬਰ ਜੰਕਸ਼ਨ ਦੇ ਵਿੱਚ। ਨਰਿੰਦਰ ਸੱਤੀ ਜੀ ਤੁਹਾਡੇ ਨਾਲ ਪ੍ਰੋਗਰਾਮ ਦੇ ਵਿੱਚ ਬਣੇ ਹੋਏ ਨੇ। ਸਰ, ਪਟਿਆਲੇ ਦੀ ਜੇ ਗੱਲ ਕਰੀਏ, ਅਧਿਆਪਕਾਂ ਨੇ ਬੜਾ ਲੰਬਾ ਸਮਾਂ ਜਿਹੜਾ ਹੈ ਉੱਥੇ ਰੋਸ ਮੁਜ਼ਾਹਰਾ ਕੀਤਾ ਹੈ, ਟਾਵਰ ਤੇ ਵੀ ਚੜੇ ਨੇ, ਫਿਰ ਮੰਗਾਂ ਕੁਝ ਮੰਨੀਆਂ ਗਈਆਂ ਨੇ। ਟਾਵਰ ਤੋਂ ਜਿਹੜਾ ਅਧਿਆਪਕ ਬਹੁਤ ਟਾਈਮ ਚੜਿਆ ਰਿਹਾ ਉਹ ਨੀਚੇ ਵੀ ਆ ਗਿਆ। ਸੋ ਕੱਲ ਫਿਰ ਤੋਂ ਲਾਠੀ ਚਾਰਜ ਹੋਇਆ, ਕੀ ਕਹਿਣਾ ਚਾਹੋਗੇ? ਦਰਅਸਲ ਕੱਲ ਜਿਹੜੇ ETT ਸਿਲੈਕਟਡ ਅਧਿਆਪਕ ਨੇ ਉਹ ਆਪਣੇ ਨਿਯੁਕਤੀ ਪੱਤਰ ਮੰਗਦੇ ਨੇ ਸਰਕਾਰ ਕੋਲੋਂ ਕਿ ਸਾਡੀ ਸਿਲੈਕਸ਼ਨ ਹੋ ਗਈ, ਹੁਣ ਸਾਨੂੰ ਨਿਯੁਕਤੀ ਪੱਤਰ ਦਿੱਤੇ ਜਾਣ, ਨੌਕਰੀ ਤੇ ਜੁਆਇਨ ਕਰਵਾਇਆ ਜਾਵੇ। ਉਹਨਾਂ ਨੇ ਆਪਣੀਆਂ ਮੰਗਾਂ ਦੇ ਸਿਲਸਿਲੇ 'ਚ ਮੋਤੀ ਬਾਗ ਪੈਲਸ, ਜਿਹੜੀ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਰਿਹਾਇਸ਼ ਆ ਆਪਣੇ ਮੁੱਖ ਮੰਤਰੀ ਸਾਹਿਬ ਦੀ, ਉਹਨੂੰ ਘੇਰਨ ਤੁਰ ਪਏ। ਔਰ YPS ਚੌਕ ਬੜਾ ਮਸ਼ਹੂਰ ਚੌਕ ਆ ਪਟਿਆਲੇ ਦਾ, ਯਾਦਵਿੰਦਰਾ ਪਬਲਿਕ ਸਕੂਲ ਵਾਲਾ, ਉੱਥੇ ਬੈਰੀਕੇਡ ਲਾਏ ਹੋਏ ਸੀ ਪੁਲਿਸ ਨੇ। ਮੁਜ਼ਾਹਰਾਕਾਰੀਆਂ ਨੇ ਬੈਰੀਕੇਡ ਪੁੱਟੇ, ਪੰਨੇ ਤੋੜੇ, ਅੱਗੇ ਵੱਧ ਗਿਆ। ਉੱਥੇ ਲਾਠੀ ਚਾਰਜ ਵੀ ਕਹਿੰਦੇ ਹੋਇਆ, ਪਰ ਹਲਕਾ ਜਿਹੜੀ ਖਿੱਚ ਤੂ ਅਧਿਆਪਕਾਂ ਦੀ ਬਹੁਤ ਹੋਈ ਹੈ। ਔਰ ਜਿਹੜੀਆਂ ਫੀਮੇਲ ਅਧਿਆਪਕ ਜਿਹੜੀਆਂ ਟੀਚਰ ਸੀ, ਅਧਿਆਪਕਾਂ ਵਾ, ਉਹਨਾਂ ਦੀਆਂ ਚੁੰਨੀਆਂ ਲੱਥੀਆਂ। ਇੱਕ ਦੋ ਅਖਬਾਰਾਂ ਨੇ ਅਧਿਆਪਕਾਂ ਵਾ ਪਾਟੀਆਂ ਚੁੰਨੀਆਂ ਜਿਹੜੀਆਂ ਉਹ ਦਿਖਾਉਂਦੀਆਂ ਦੀ ਫੋਟੋ ਵੀ ਲਾਈ ਹੈਗੀ ਆ। ਤੇ ਜਿਹੜੇ ਅਧਿਆਪਕ ਨੇ ਉਹਨਾਂ ਦੀਆਂ ਦਸਤਾਰਾਂ ਲੱਥੀਆਂ, ਥੱਲੇ ਪੈਰਾਂ 'ਚ ਰੁੜਦੀਆਂ ਦੇਖੀਆਂ ਗਈਆਂ। ਤੇ ਪੁਲਿਸ ਨੇ ਜਿਹੜਾ ਹੈਗਾ ਉਹ ਖਿੱਚ ਤੂ ਉਹਨਾਂ ਦੀ ਕੀਤੀ ਜਦੋਂ ਉਹ YPS ਚੌਂਕ ਤੋਂ ਅੱਗੇ ਵਧੇ ਨੇ ਬੈਰੀਕੇਡ ਤੋੜ ਕੇ। ਦੂਸਰਾ ਇਹ ਆ ਵੀ ਇਹਦੇ ਦੌਰਾਨ ਕੀ ਹੁੰਦਾ ਵੀ ਜਿਹੜਾ ਪ੍ਰਸ਼ਾਸਨ ਆ ਉਹਨੇ ਵਿੱਚ ਵਿਚਾਲੇ ਆਣ ਕੇ ਸਥਿਤੀ ਨੂੰ ਸੰਭਾਲਣ ਦਾ ਯਤਨ ਕੀਤਾ, ਸਿਵਲ ਪ੍ਰਸ਼ਾਸਨ ਨੇ। ਔਰ ਫਟਾਫਟ ਕਹਿ ਦਿੱਤਾ ਵੀ ਸੰਬੰਧਿਤ ਅਥਾਰਟੀ ਆ ਜਿਹੜੀ ਉਹ 17 ਅਗਸਤ ਨੂੰ ਤੁਹਾਡੀ ਆਗੂਆਂ ਦੀ ਉਹਨਾਂ ਦੇ ਨਾਲ ਮੁਲਾਕਾਤ ਕਰਵਾ ਦੇਵਾਂਗੇ। ਸੋ ਇਸ ਤਰ੍ਹਾਂ ਜਿਹੜਾ ਉਹ ਵਾਈਂਡ ਅਪ ਹੋਇਆ ਜਿਹੜਾ ਕੱਲ ਵਾਲਾ ਮੁਜ਼ਾਹਰਾ ਸੀ। ਹਾਂ, ਦੇਖਣ ਵਾਲੀ ਗੱਲ ਤੇ ਇਹ ਹੈ ਵੀ ਇੱਕ ਬੰਨੇ ਸਰਕਾਰ ਨੇ ਆਪਣੇ 5 ਸਾਲ ਲੰਘਾਤੇ ਆ, ਬੇਰੁਜ਼ਗਾਰ ਅਧਿਆਪਕ ਉਂਝੇ ਤੁਰੇ ਫਿਰਦੇ ਆ, ਜਿਹੜੇ ਸਿਲੈਕਟ ਹੋ ਗਏ ਆ ਉਹਨਾਂ ਨੂੰ ਤੁਸੀਂ ਨਿਯੁਕਤੀ ਪੱਤਰ ਨਹੀਂ ਦੇ ਰਹੇ। ਫਰਵਰੀ ਦੇ ਵਿੱਚ ਚੋਣਾਂ ਨੇ। ਸੋ ਸਰਕਾਰ ਜਿਵੇਂ ਨਾ ਕਿਵੇਂ, ਜਿੱਦਾਂ ਤੁਸੀਂ ਕਿਹਾ ਵੀ ਕਿੱਥੇ ਤਾਂ ਟੈਂਕੀ ਤੇ ਟਾਵਰ ਤੇ ਚੜਿਆ ਰਿਹਾ BSNL ਦੇ, ਉਹ ਕਿੰਨੇ ਸਮੇਂ ਬਾਅਦ ਉਤਰਿਆ ਔਰ ਉਹਦੀ ਕੀ ਹਾਲਤ ਹੋ ਗਈ ਸਰੀਰਕ ਤੌਰ ਤੇ। ਫਿਰ ਉਹਨੇ ਮਰਨ ਵਰਤ ਵੀ ਰੱਖਿਆ। ਠੀਕ ਹੈ, ਨਿਤ ਦਿਨ ਅਧਿਆਪਕਾਂ ਦੇ ਸਰਕਾਰ ਡਾਂਗ ਫੇਰਦੀ ਹੈ। ਸੋ ਸਕੂਲਾਂ ਦਾ ਜਿਹੜਾ ਮਾੜਾ ਹਾਲ ਆ,
ਇੱਕ ਬੰਨੇ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲ ਬਣਾਇਆ ਜਾ ਰਿਹਾ, ਦੂਜੇ ਬੰਨੇ ਉੱਥੇ ਅਧਿਆਪਕਾਂ ਦੀ ਨਿਯੁਕਤੀ ਨਹੀਂ ਹੋ ਰਹੀ। ਮੇਰਾ ਖਿਆਲ ਆ ਵੀ ਸਭ ਤੋਂ ਘੱਟ ਆਪਣੀ ਹੋਣਾ ਵੀ ਮਤਲਬ ਜੇ ਮੰਨ ਲਓ 100 ਵਿਦਿਆਰਥੀ ਆ ਤੇ ਉਹਨਾਂ ਮਗਰ ਇੱਕ ਅਧਿਆਪਕ ਹੈ, ਜਿਹੜੀ ਰੇਸ਼ੋ ਆ ਨਾ, ਮੇਰਾ ਕਹਿਣ ਦਾ ਭਾਵ ਪ੍ਰਤੀ ਜਿਹੜਾ ਅਧਿਆਪਕ ਹੈ ਉਹਨੂੰ ਕਿੰਨੇ ਬੱਚਿਆਂ ਨੂੰ ਪੜਾਉਣਾ ਪੈ ਰਿਹਾ, ਉਹ ਮੇਰਾ ਖਿਆਲ ਸਭ ਤੋਂ ਘੱਟ ਹੋਣੀ ਆ। ਜਿਹੜਾ ਵਿਦਿਆਰਥੀ ਵਧਿਆ, ਅਧਿਆਪਕ ਘੱਟ ਨੇ। ਇਸੇ ਤਰ੍ਹਾਂ ਸਰਕਾਰੀ ਕਾਲਜਾਂ ਦਾ ਹਾਲ ਹੈ। ਦੂਜੇ ਬੰਨੇ ਤੁਸੀਂ ਇੱਕ ਬੰਨੇ ਸਕੂਲਾਂ ਨੂੰ ਸਮਾਰਟ ਸਕੂਲ ਬਣਾ ਰਹੇ ਆ, ਸਰਕਾਰੀ ਜਿਹੜੇ ਕਾਲਜ ਆ ਉੱਥੇ ਅਧਿਆਪਕਾਂ ਤੋਂ ਹੋਰ ਤਵੱਕੋ ਕਰ ਰਹੀ ਸਰਕਾਰ, ਆਸ ਰੱਖਦੀ ਆ, 93 ਤੋਂ ਬਾਅਦ ਭਰਤੀ ਨਹੀਂ ਕਰ ਰਹੇ, ਸਾਲ ਤੋਂ ਪਹਿਲਾਂ ਮਤਲਬ ਉਹਨਾਂ ਨੂੰ ਰਿਲੀਵ ਕਰ ਦਿੰਦੇ ਆ ਜਿਹੜੇ ਅਧਿਆਪਕ ਰੱਖਦੇ ਵੀ ਆ ਕਾਲਜਾਂ 'ਚ, ਫਿਰ ਹੋਰ ਚੋਰ ਮੋਰੀਆਂ ਲੱਭ ਲੀਆਂ, ਗੈਸਟ ਫੈਕਲਟੀ ਅਧਿਆਪਕ ਲੈ ਆਓ ਜੀ। ਸਕੂਲਾਂ 'ਚ ਤੁਸੀਂ ਪਿੰਡਾਂ 'ਚ ਦੇਖਦੇ ਆ ਭਈ ਜਿਹੜੇ ਅਧਿਆਪਕ ਹੈ ਉਹ ਪੇਰੈਂਟ ਟੀਚਰ ਫੰਡ ਦੇ ਵਿੱਚੋਂ ਕਈ ਵਾਰੀ ਅਧਿਆਪਕ ਰੱਖਦੇ ਆ, ਉਹਦੇ ਨਾਲ ਕੰਮ ਚਲਾ ਰਹੇ ਆ। ਸੋ ਸਰਕਾਰ ਕਰ ਕੀ ਰਹੀ ਆ? ਲੋਕ ਭਲਾਈ ਦੇ ਕਾਰਜ ਕਿੱਥੇ ਗਏ? ਜਿਹੜਾ ਵਿਦਿਅਕ ਢਾਂਚਾ ਜੇ ਉਹੀ ਸੂਬੇ ਦਾ ਖਰਾਬ ਹੈ ਤੇ ਕਿਹੋ ਜਿਹਾ ਲੋਕ ਜਿਹੜੇ ਅੱਗੇ ਆਉਣਗੇ ਇਹਨਾਂ ਸਕੂਲਾਂ ਕਾਲਜਾਂ 'ਚੋਂ ਪੜ੍ਹ ਕੇ? ਬਿਲਕੁਲ। ਸੋ ਇਹ ਹਾਲ ਹੈ ਸਰਕਾਰ ਦਾ ਜੀ। ਗਵਰਨਮੈਂਟ ਨੇ ਇੱਕ ਸਰਕੂਲਰ ਜਾਰੀ ਕੀਤਾ ਆਰਟੀਆਈ ਐਕਟ ਸੰਬੰਧੀ, ਇਹ ਕੀ ਚੀਜ਼ ਹੈਗੀ ਹੈ? ਦਰਅਸਲ ਇਹ ਪਿਛਲੇ ਦਿਨੀ ਗੱਲ 9 ਤਰੀਕ ਦਾ ਇੱਕ ਸਰਕੂਲਰ ਜਾਰੀ ਕੀਤਾ ਸਾਰੇ ਵਿਭਾਗਾਂ ਨੂੰ ਸਰਕਾਰ ਨੇ। ਆਰਟੀਆਈ ਐਕਟ ਕੀ ਆ? ਰਾਈਟ ਟੂ ਇਨਫੋਰਮੇਸ਼ਨ ਐਕਟ, ਰਾਈਟ ਪਈ ਜਾਣਕਾਰੀ ਹਾਸਲ ਕਰਨ ਸੰਬੰਧੀ ਕਾਨੂੰਨ ਜੀ। ਉਹ 'ਚ ਕੀ ਆ ਵੀ ਅੱਜ ਕੱਲ ਜਿਵੇਂ ਤੁਸੀਂ ਦੇਖਦੇ ਆ ਆਰਟੀਆਈ ਕਮਿਸ਼ਨ ਹੈ, ਉਹਦਾ ਇੱਕ ਚੇਅਰਮੈਨ ਆ ਸਾਬਕਾ ਕੋਈ ਨਾ ਕੋਈ ਜਿਹੜਾ ਪ੍ਰਸ਼ਾਸਕੀ ਅਫਸਰ IAS ਆਮ ਤੌਰ ਤੇ ਉਹਦਾ ਮੁਖੀ ਲਾ ਦਿੰਦੇ ਨੇ, ਜਾਂ ਕੋਈ ਜੁਡੀਸ਼ਰੀ ਚੋਂ ਲਾ ਦਿੰਦੇ ਆ, 5-6 ਉਹਦੇ ਮੈਂਬਰ ਨੇ ਆਰਟੀਆਈ ਕਮਿਸ਼ਨਰ ਜਿਹਨਾਂ ਨੂੰ ਆਪਾਂ ਕਹਿੰਦੇ ਆ। ਤਾਂ ਰਾਈਟ ਟੂ ਇਨਫੋਰਮੇਸ਼ਨ ਕੀ ਆ ਵੀ ਕਿਸੇ ਸਰਕਾਰੀ ਵਿਭਾਗ ਦੀ ਆਪਾਂ ਜਾਣਕਾਰੀ ਲੈ ਸਕਦੇ ਆ, ਠੀਕ ਹੈ, ਵੀ ਉੱਥੇ ਕੀ ਹੁੰਦਾ, ਜਿਹੜੀਆਂ ਫਾਈਲਾਂ ਹੁੰਦੀਆਂ ਨੇ ਉਹਨਾਂ ਤੇ ਟਿੱਪਣੀਆਂ ਹੁੰਦੀਆਂ ਨੇ ਅਫਸਰਾਂ ਵੱਲੋਂ ਕੀਤੀਆਂ ਹੋਈਆਂ। ਤਾਂ ਹੁਣ ਸਰਕਾਰ ਨੇ ਇੱਕ ਤਰ੍ਹਾਂ ਨਾਲ ਉਸ ਆਰਟੀਆਈ ਐਕਟ ਦੀ ਸੰਘੀ ਕੁੱਟਣ ਦਾ ਯਤਨ ਕੀਤਾ। ਉਹ ਕੀ ਆ ਵੀ ਸਰਕਾਰੀ ਫਾਈਲਾਂ ਦਾ ਸੱਚ ਜਿਹੜਾ ਆ ਉਹ ਹੁਣ ਦੱਬਿਆ ਰਹਿ ਜਾਊਗਾ, ਠੀਕ ਹੈ, ਭੇਦ ਉਜਾਗਰ ਨਹੀਂ ਹੋਣਗੇ ਸਰਕਾਰ ਦੇ, ਸਿਆਸਤਦਾਨਾਂ ਦੇ। ਜਿਹੜੇ ਚੰਗੇ ਮਾੜੇ ਕੰਮ ਸਰਕਾਰ ਕਰਦੀ ਹੈ ਜਾਂ ਕਰਦੀ ਰਹੀ ਆ ਜਾਂ ਕਰੂਗੀ, ਉਹਦੇ ਬਾਰੇ ਆਮ ਆਦਮੀ ਨੂੰ ਜਾਣਕਾਰੀ ਹਾਸਲ ਨਹੀਂ ਹੋ ਸਕਦੀ। ਜਾਣੀ ਕਿ ਇੱਕ ਤਰ੍ਹਾਂ ਨਾਲ ਉਹ ਭੇਤ ਦੱਬੇ ਰਹਿਣਗੇ, ਸਰਕਾਰ ਨੇ ਇਦਾਂ ਕੀਤੀ ਹੈਗੀ। ਸੋ ਜਿਹੜੇ ਭੇਤ ਉਹ ਜਨਤਕ ਹੋਣ ਦੀ ਸੰਭਾਵਨਾ ਹੁਣ ਘਟ ਗਈ ਆ। ਕਿਉਂ ਘਟ ਗਈ ਆ? ਸਰਕਾਰ ਨੇ ਭਾਵੇਂ ਸੁਪਰੀਮ ਕੋਰਟ ਦੇ ਇੱਕ ਫੈਸਲੇ ਦਾ ਹਵਾਲਾ ਦਿੱਤਾ, ਪਰ ਉਹਨੂੰ ਗਲਤ ਢੰਗ ਦੇ ਨਾਲ ਸਰਕਾਰ ਨੇ ਆਪਣੇ ਹਿੱਤ ਵਿੱਚ ਵਰਤਿਆ ਹੈਗਾ ਸੁਪਰੀਮ ਕੋਰਟ ਦੇ ਫੈਸਲੇ ਨੂੰ। ਸੁਪਰੀਮ ਕੋਰਟ ਨੇ ਤਾਂ ਕਿਹਾ ਵੀ ਜਿਹੜੀਆਂ ਸੰਸਦ ਆ ਜਾਂ ਵਿਧਾਨ ਸਭਾਵਾਂ ਦੇ ਵਿੱਚ ਕੁਝ ਜਾਣਕਾਰੀ ਜਿਹੜੀ ਆ ਉਹ ਨਹੀਂ ਜਿਹੜੀ ਲੋਕਾਂ ਨੂੰ ਦਿੱਤੀ ਜਾ ਸਕਦੀ, ਪਰ ਉਹਨੂੰ ਸਮੁੱਚੇ ਵਰਗ ਦੇ ਨਾਲ ਹੀ ਜੋੜ ਕੇ ਸਰਕਾਰ ਨੇ ਉਹ ਸਰਕੂਲਰ ਜਾਰੀ ਕਰ ਦਿੱਤਾ। ਤੇ ਉਹਦੇ 'ਚ ਕੀ ਆ ਵੀ ਹੁਣ ਕੋਈ ਪੇਸ਼ੇਵਰ ਆ ਬੰਦਾ, ਉਹਦੀ ਵਿਦਿਅਕ ਯੋਗਤਾ ਬਾਰੇ, ਉਹਦੇ ਮੈਡੀਕਲ ਰਿਕਾਰਡ ਬਾਰੇ, ਉਹਦੇ ਪਰਿਵਾਰ ਬਾਰੇ, ਠੀਕ ਆ, ਉਹਦੇ ਅਸਾਸਿਆਂ ਬਾਰੇ, ਉਹਦੀ ਕੀ ਇਨਕਮ ਆ, ਕੀ ਉਹਦੀ ਜ਼ਮੀਨ ਜਾਇਦਾਦ ਆ, ਉਹਦੇ ਬਾਰੇ ਹੁਣ ਜਾਣਕਾਰੀ ਤੁਸੀਂ ਸਰਕਾਰ ਨੇ ਇੱਕ ਤਰ੍ਹਾਂ ਨਾਲ ਆਰਟੀਆਈ ਐਕਟ ਨੂੰ ਮੰਨਣ ਤੋਂ ਇਨਕਾਰੀ ਹੋਣ ਦਾ ਯਤਨ ਕੀਤਾ। ਉਹ ਸਰਕੂਲਰ ਜਾਰੀ ਕਰਕੇ ਸਾਰੇ ਵਿਭਾਗਾਂ ਨੂੰ ਜਾਰੀ ਕਰ ਦਿੱਤਾ ਵੀ ਕੋਈ ਐਸ ਦੇ ਤਹਿਤ ਜਾਣਕਾਰੀ ਮੰਗੇ ਤਾਂ ਉਤੋਂ ਇਨਕਾਰ ਕਰ ਦਿਓ। ਪਹਿਲਾਂ ਵੀ ਜਦੋਂ ਹਾਲੇ ਕਾਨੂੰਨ ਲਾਗੂ ਸੀਗਾ, ਹੁਣ ਤਾਂ ਚਲੋ ਇੱਕ ਸਰਕੂਲਰ ਜਾਰੀ ਕਰ ਦਿੱਤਾ, ਤਾਂ ਆਪਾਂ ਆਮ ਦੇਖਦੇ ਆ ਵੀ ਫਲਾਣੇ ਵਿਭਾਗ ਨੇ ਜਾਣਕਾਰੀ ਨਹੀਂ ਦਿੱਤੀ ਜਾਂ ਲੇਟ ਦਿੱਤੀ, ਜਾਂ ਬਾਰ-ਬਾਰ ਆਰਟੀਆਈ ਕਮਿਸ਼ਨ ਵੱਲੋਂ ਬਾਰ-ਬਾਰ ਸੱਦੇ ਜਾਣ ਦੇ ਬਾਵਜੂਦ ਅਫਸਰ ਪੇਸ਼ ਨਹੀਂ ਹੁੰਦੇ, ਤਾਂ ਜਾਣਕਾਰੀ ਲੁਕਾਉਂਦੇ ਨੇ। ਕਈ ਵਾਰ ਅਪੀਲਾਂ ਕਰਨੀਆਂ ਪੈਂਦੀਆਂ ਆਰਟੀਆਈ ਕਮਿਸ਼ਨ ਦੇ ਤਹਿਤ, ਫਿਰ ਜਾ ਕੇ ਕਿਤੇ ਜਾਣਕਾਰੀ ਮਿਲਦੀ ਆ, ਉਹ ਵੀ ਅੱਧੀ ਅਧੂਰੀ ਜਾਣਕਾਰੀ ਮਿਲਦੀ ਆ। ਤੇ ਜਿਹੜਾ ਹੁਣ ਸਰਕੂਲਰ ਜਾਰੀ ਕੀਤਾ ਇਹਦੇ ਤਹਿਤ ਦੇਣ ਤੋਂ ਬਿਲਕੁਲ ਹੀ ਇਨਕਾਰੀ ਹੋ ਜਾਣਗੇ ਜੀ। ਟੋਕੀਓ 올림픽 ਦੇ ਵਿੱਚ ਜਿੰਨੀਆਂ ਵੀ ਗੇਮਸ ਹੋਈਆਂ ਨੇ ਉਹਨਾਂ ਦੇ ਵਿੱਚੋਂ ਜਿਹੜੇ ਭਾਰਤ ਦੇ ਖਿਡਾਰੀ ਨੇ ਉਹਨਾਂ ਨੇ ਕਿਸੇ ਨੇ ਸੋਨੇ ਦਾ ਤਗਮਾ ਜਿੱਤਿਆ ਹੈ, ਕਿਸੇ ਨੇ ਕਾਂਸੇ ਦਾ ਤਗਮਾ ਜਿੱਤਿਆ ਹੈ। ਸੋ ਹਾਕੀ ਦੇ ਜਿਹੜੇ ਖਿਡਾਰੀ ਨੇ ਉਹਨਾਂ ਨੇ ਕਾਂਸੇ ਦਾ ਤਗਮਾ ਜਿਹੜਾ ਆਪਣੇ ਨਾਮ ਕੀਤਾ। ਸੋ ਉਹਨਾਂ ਖਿਡਾਰੀਆਂ ਨੂੰ ਹੁਣ ਸਰਕਾਰ ਨੇ ਇਨਾਮੀ ਰਾਸ਼ੀ ਜਿਹੜੀ ਵਧਾ ਦਿੱਤੀ ਹੈ, ਕੀ ਕਹਿਣਾ ਚਾਹੋਗੇ? ਪਹਿਲੀ ਗੱਲ ਤਾਂ ਅਸ਼ਕੇ ਚਾਹੀਏ ਦੇਸ਼ ਦੇ ਖਿਡਾਰੀਆਂ ਦੇ ਜੀ, ਪਹਿਲੀ ਵਾਰ ਅਜਿਹਾ ਹੋਇਆ ਵੀ 7 ਤਗਮੇ ਜਿੱਤ ਕੇ ਲਿਆਏ ਨੇ। ਉਹਨਾਂ 'ਚ ਨੀਰਜ ਚੋਪੜਾ ਜਿਹੜਾ ਜੈਵਲਿਨ ਥਰੋ, ਜਿਹਨੂੰ ਨੇਜਾ ਸੁੱਟਣਾ ਵੀ ਆਪਾਂ ਕਹਿੰਦੇ ਆ, ਉਹਦੇ 'ਚ
ਇੰਨਾ ਨੇਜਾ ਸੁੱਟਿਆ ਇੰਨੀ ਦੂਰ, ਤੇ ਜਿਹੜੇ ਸੈਕੰਡ ਤੇ ਥਰਡ ਆਇਆ ਉਹਦੇ ਨੇੜੇ ਤੇੜੇ ਵੀ ਨਹੀਂ ਸੀਗੇ, ਠੀਕ ਹੈ। ਤਾਂ ਉਸ ਦੂਰੀ ਤੇ ਔਰ ਪਹਿਲੀ ਵਾਰੀ ਹੋਇਆ ਵੀ ਐਥਲੈਟਿਕਸ ਦੇ ਵਿੱਚ ਆਪਾਂ ਨੂੰ 골ਡ ਮੈਡਲ ਮਿਲਿਆ ਹੋਵੇ। ਨੀਰਜ ਚੋਪੜਾ ਕਦੀ ਜਲੰਧਰ ਦੇ ਸਪੋਰਟਸ ਕਾਲਜ ਵਿੱਚ ਵੀ ਤਿਆਰੀ ਕਰਦਾ ਰਿਹਾ, ਪਰ ਮੰਦੇ ਭਾਗੀ ਉਹ ਇੱਥੋਂ ਇਸ ਕਰਕੇ ਚਲੇ ਗਿਆ ਸੀਗਾ ਭਈ ਜਿਹੜਾ ਟਰੈਕ ਆ ਉਹ ਠੀਕ ਨਹੀਂ ਸੀ, ਟੁੱਟਾ ਭੱਜਾ ਸੀਗਾ, ਤੇ ਉਹ ਪ੍ਰੈਕਟਿਸ ਕਰਨ ਦੇ ਵਿੱਚ ਦਿੱਕਤ ਆਉਂਦੀ ਸੀ, ਇਸ ਕਰਕੇ ਇੱਥੋਂ ਚਲੇ ਗਿਆ ਸੀਗਾ। ਇਹ ਕਹਿਣਾ ਹੈਪੀ ਜਿਹੜੇ ਐਥਲੈਟਿਕਸ ਦਾ ਇੱਕ ਬੜਾ ਨਾਮੀ ਕੋਚ ਆ, ਹੈਪੀ ਜਿਹਨੂੰ ਕਹਿੰਦੇ ਆ, ਹੈਪੀ ਨੇ ਪਿਛਲੇ ਦਿਨੀ ਜਾਣਕਾਰੀ ਦਿੱਤੀ। ਦੂਸਰਾ 7 ਤਗਮੇ ਦੇਖੋ, 4 ਕਾਂਸੀ ਦੇ, 2 ਚਾਂਦੀ ਦੇ ਤਗਮੇ ਔਰ 1 ਨੀਰਜ ਚੋਪੜਾ ਦਾ 골ਡ ਮੈਡਲ ਹੋ ਗਿਆ। ਤਾਂ ਜਿਹੜੀ ਹਾਕੀ ਟੀਮ ਹੈ ਉਹ ਕਾਂਸੀ ਲੈ ਕੇ ਆਈ ਆ, ਦੇਸ਼ ਪਹੁੰਚ ਚੁੱਕੀ ਆ, ਦਰਬਾਰ ਸਾਹਿਬ ਨਤਮਸਤਕ ਹੋਏ ਨੇ, ਅੱਜ ਜਲੰਧਰ ਵਾਲੇ ਜਲੰਧਰ ਆਏ ਹੈ, ਔਰ ਉੱਥੇ ਜਿਹੜਾ KP ਸਟੇਡੀਅਮ ਆ ਮਿੱਠਾਪੁਰ ਦਾ, ਉੱਥੇ ਸ਼ਾਇਦ ਉਹਨਾਂ ਦਾ ਮਾਣ ਤਾਣ ਵੀ ਕਰ ਰਹੇ ਆ ਇਲਾਕੇ ਵਾਲੇ, ਪਿੰਡ ਵਾਲੇ। ਤਾਂ ਸਰਕਾਰ ਨੇ ਕੀ ਕੀਤਾ, ਸਰਕਾਰ ਨੇ ਪਹਿਲਾਂ ਕਿਹਾ ਸੀ ਵੀ 1-1 ਕਰੋੜ ਖਿਡਾਰੀਆਂ ਨੂੰ ਦੇਵਾਂਗੇ, ਔਰ ਹੁਣ ਬੜੀ ਖੁਸ਼ੀ ਹੋਊਗੀ ਤੁਹਾਨੂੰ ਜਾਣ ਕੇ ਭਈ ਦੁੱਗਣੇ ਤੋਂ ਵੀ ਥੋੜੇ ਵੱਧ ਕਰ ਦਿੱਤੇ ਆ, 2.5 ਕਰੋੜ ਹੁਣ ਹਾਕੀ ਖਿਡਾਰੀਆਂ ਨੂੰ ਦਿੱਤਾ ਜਾਵੇਗਾ। 12 ਤਰੀਕ ਨੂੰ ਇੱਕ ਸਮਾਗਮ ਦੇ ਵਿੱਚ ਉਹਨਾਂ ਨੂੰ ਸਨਮਾਨਿਤ ਕੀਤਾ ਜਾਏਗਾ ਚੰਡੀਗੜ੍ਹ ਕਰਕੇ। ਸੋ ਦੇਖੋ, ਪਰ ਜਿਹੜਾ ਸ਼੍ਰੇ ਹੈ, ਜਿਹੜਾ ਮਤਲਬ ਮਾਣ ਜਾਂਦਾ ਆ, ਉਹ ਜਿਹੜੇ ਨਵੀਨ ਪਟਨਾਇਕ ਨੇ ਉਹਨਾਂ ਦਾ ਜ਼ਿਕਰ ਕੋਈ ਨਹੀਂ ਕਰਦਾ। ਨਵੀਨ ਪਟਨਾਇਕ ਜਿਹੜੇ ਉੜੀਸਾ ਦੇ ਮੁੱਖ ਮੰਤਰੀ ਆ, ਦੋਵਾਂ ਟੀਮਾਂ ਨੂੰ ਸਪਾਂਸਰ ਕਰਨ ਵਾਲੇ ਹਾਕੀ ਦੀਆਂ ਨੂੰ, ਠੀਕ ਆ, ਉਸ ਬੰਦੇ ਦੇ ਵੀ ਧੰਨਵਾਦੀ ਹੋਣਾ ਚਾਹੀਦਾ, ਪੰਜਾਬੀਆਂ ਨੂੰ ਵੀ ਤੇ ਸਮੁੱਚੇ ਦੇਸ਼ ਨੂੰ ਵੀ। ਤੇ ਇੱਕ ਗਰੀਬ ਸੂਬਾ ਹੁੰਦੇ ਹੋਏ ਵੀ ਉਹਨਾਂ ਨੇ ਪੁਸ਼ਤ ਪਨਾਹੀ ਕੀਤੀ, ਟੀਮ ਦੀ ਖਰਚਾ ਚੱਲਿਆ, ਸਪਾਂਸਰ ਕੀਤਾ ਹੈਗਾ, ਹਨਾ। ਸੋ ਹੁਣ ਕ੍ਰੈਡਿਟ ਲੈਣ ਨੂੰ ਪੰਜਾਬ ਸਰਕਾਰ ਵੀ ਅੱਗੇ ਆ ਗਈ ਆ, ਕੇਂਦਰ ਸਰਕਾਰ ਵੀ, ਪ੍ਰਧਾਨ ਮੰਤਰੀ ਵੀ ਹੁਣ ਜਿਹੜਾ ਆ ਉਹ ਫੋਨ ਤੇ ਗੱਲ ਕਰਦੇ ਆ ਟੀਮ ਦੇ ਨਾਲ। ਸਰਕਾਰ ਕਿਉਂ ਨਹੀਂ ਸਪਾਂਸਰ ਕਰਦੀ? ਕਿਉਂ ਇੱਕ ਸੂਬਾ ਸਰਕਾਰ ਨੂੰ ਜਿਹੜਾ ਹੈਗਾ ਸਪਾਂਸਰ ਕਰਨਾ ਪੈਂਦਾ? ਔਰ ਜਿਹੜਾ ਖੇਡਾਂ ਦਾ ਬਜਟ ਕਿੰਨਾ ਸਰਕਾਰ ਦਾ, ਠੀਕ ਹੈ, ਵਿਦੇਸ਼ਾਂ ਦੇ ਵਿੱਚ ਸਭ ਤੋਂ ਵੱਧ ਬਜਟ ਖੇਡਾਂ ਦਾ, ਮੈਡੀਕਲ ਸੇਵਾਵਾਂ ਦਾ ਤੇ ਵਿੱਦਿਆ ਨਾਲ ਸੰਬੰਧਿਤ ਖੇਤਰ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਸਭ ਤੋਂ ਵੱਧ ਫੰਡ ਸਰਕਾਰ ਆਪਣੇ ਬਜਟ ਵਿੱਚ ਰੱਖਦੀ ਆ। ਔਰ ਸਾਡੇ ਇਹਨਾਂ ਤਿੰਨਾਂ ਦੇ ਵਿੱਚ ਹੀ ਕੋਈ ਪੁੱਛਗਿੱਛ ਹੀ ਨਹੀਂ, ਔਰ ਸਭ ਤੋਂ ਘੱਟ ਇਹਨਾਂ ਖੇਤਰਾਂ ਦਾ ਹੀ ਜਿਹੜਾ ਬਜਟ ਹੁੰਦਾ ਹੈਗਾ, ਹੈ। ਸੋ ਅਜੇ ਵੀ ਸਰਕਾਰਾਂ ਨੂੰ ਸੰਭਲ ਜਾਣਾ ਚਾਹੀਦਾ। ਸਾਡੇ ਤੋਂ ਬਾਅਦ ਚ ਆਜ਼ਾਦ ਹੋਇਆ ਦੇਸ਼ ਚੀਨ 49 ਦੇ ਵਿੱਚ ਆਜ਼ਾਦ ਹੁੰਦਾ ਹੈਗਾ, ਕਿੰਨਾ ਅੱਗੇ ਨਿਕਲ ਗਿਆ ਹੈਗਾ। ਸੋ ਇਹ ਭ੍ਰਿਸ਼ਟ ਸਿਆਸਤਦਾਨਾਂ ਨੇ ਦੇਸ਼ ਦਾ ਬੇੜਾ ਗਰਕ ਕਰਕੇ ਰੱਖਿਆ ਹੋਇਆ। ਤਾਂ ਨਿਤ ਨਵੇਂ ਕਾਨੂੰਨ ਘੜੇ ਜਾ ਰਹੇ ਆ ਭਈ ਸਾਡੇ ਖਿਲਾਫ ਨਾ ਮੀਡੀਆ ਬੋਲੇ, ਨਾ ਕੋਈ ਬੰਦਾ ਬੋਲੇ, ਨਾ ਕੋਈ ਜਿਹੜਾ ਵਿਰੋਧੀ ਧਿਰ ਬੋਲੇ। ਸੋ ਲੋਕਾਂ ਦੀ ਸੰਘੀ ਕੁੱਟਣ ਵੱਲ ਧਿਆਨ ਵੱਧ ਹੈ। ਖੇਡਾਂ ਦਾ ਇਨਫਰਾਸਟ੍ਰਕਚਰ ਜਿਹੜਾ ਆ, ਵਿਦਿਅਕ ਸਿਸਟਮ ਆ, ਉਹਨੂੰ ਸੁਧਾਰਨ ਜਾਂ ਉਹਦੇ 'ਚ ਬਿਹਤਰੀ ਲਿਆਉਣ ਦਾ ਕੋਈ ਯਤਨ ਨਹੀਂ। ਮੈਡੀਕਲ ਸੇਵਾਵਾਂ ਸਾਰੇ ਬੰਨੇ, ਪਰ ਫਿਰ ਵੀ ਖੁਸ਼ੀ ਆ ਸਾਨੂੰ ਆਪਣੇ ਖਿਡਾਰੀਆਂ ਤੇ ਮਾਣ ਆ ਜਿਹੜੇ ਦੇਸ਼ ਲਈ ਮੈਡਲ ਜਿੱਤ ਕੇ ਲਿਆਏ ਨੇ। ਤੇ ਦੂਜੇ ਬੰਨੇ ਦੁੱਖ ਵੀ ਹੁੰਦਾ ਵੀ ਹਰਿਆਣੇ ਤੇ ਯੂਪੀ ਦੇ ਵਿੱਚ 2 ਘਟਨਾਵਾਂ ਇਹੋ ਜਿਹੀਆਂ ਹੁੰਦੀਆਂ ਵੀ ਜਿਹੜੀਆਂ ਦਲਿਤ ਵਰਗ ਦੇ ਨਾਲ ਸੰਬੰਧਿਤ ਖਿਡਾਰਨਾਂ ਆ ਹਾਕੀ ਦੀਆਂ, ਉਹਨਾਂ ਦੇ ਘਰਾਂ ਦੇ ਬਾਹਰ ਸਿਰਫਿਰੇ ਜਿਹੜੇ ਲੋਕ ਆ ਉਹ ਮੁਜ਼ਾਹਰੇ ਕਰਦੇ ਨੇ ਵੀ ਇਹਨਾਂ ਕਰਕੇ ਟੀਮ ਹਾਰੀ ਆ। ਕਿਉਂ ਨਹੀਂ ਦੇਸ਼ ਦਾ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਤੇ ਉਸ ਸੂਬੇ ਦਾ, ਜੇ ਉੱਤਰਾਖੰਡ 'ਚ ਹੁੰਦਾ ਜਾਂ ਹਰਿਆਣੇ 'ਚ ਹੁੰਦਾ, ਜਿਹੜੇ ਮੁੱਖ ਮੰਤਰੀ ਉਹ ਸਫਾਈ ਦਿੰਦੇ ਇਸ ਮੁੱਦੇ ਦੇ ਉੱਤੇ। ਸੋ ਜਿਹੜਾ ਹਾਲ ਹੈ ਦੇਸ਼ ਦਾ, ਅਜੇ ਵੀ ਜਾਤ ਪਾਤ ਦੇ ਸਿਸਟਮ ਵਿੱਚ ਗਰਸਿਆ ਹੋਇਆ। ਜਿਨ੍ਹਾਂ ਗੱਲਾਂ ਵੱਲ ਤਵੱਜੋ ਦੇਣੀ ਹੁੰਦੀ ਆ ਉਧਰ ਤਵੱਜੋ ਨਹੀਂ ਦਿੱਤੀ ਜਾ ਰਹੀ। ਲੋਕਾਂ ਨੂੰ ਧਰਮ ਤੇ ਜਾਤ ਦੇ ਨਾਂ ਤੇ ਅਜੇ ਵੀ ਵੰਡਿਆ ਜਾ ਰਿਹਾ। PV ਸਿੰਧੂ ਹੈ, ਉਹਦੀ ਜਾਤ ਦੇਖੀ ਜਾ ਰਹੀ ਆ ਗੂਗਲ ਤੇ ਸਰਚ ਕਰਕੇ, ਤਾਂ ਕਿ ਜੇ ਸਾਡੀ ਜਾਤ ਦੀ ਹੋਵੇ ਤਾਂ ਅਸੀਂ ਬੱਲੇ ਬੱਲੇ ਕਰਾਂਗੇ, ਕਿਸੇ ਹੋਰ ਜਾਤ ਦੀ ਹੋਈ ਤਾਂ। ਸੋ ਲੱਖ ਲਾਹਨਤ ਆ ਉਹਨਾਂ ਲੋਕਾਂ ਲਈ ਜਿਹੜੇ ਅਜੇ ਵੀ ਖਿਡਾਰੀਆਂ ਨੂੰ ਜਾਤਾਂ ਪਾਤਾਂ 'ਚ ਵੰਡ ਕੇ ਦੇਖਦੇ ਆ। ਖਿਡਾਰੀ ਜਿਹੜੇ ਆ ਪੂਰੇ ਦੇਸ਼ ਨੂੰ ਰਿਪਰੈਜ਼ੈਂਟ ਕਰਦੇ ਨੇ, ਦੇਸ਼ ਦੀ ਪ੍ਰਤੀਨਿਧਤਾ ਕਰਦੇ ਆ। ਦੇਸ਼ ਦਾ ਸਿਰ ਮਾਣ ਨਾਲ ਉੱਚਾ ਹੁੰਦਾ। ਜਦੋਂ ਕੋਈ ਜਿੱਤਦਾ, ਪੋਡੀਅਮ ਤੇ ਜਾਂਦਾ ਮੈਡਲ ਲੈਣ ਲਈ, ਤਾਂ ਤਿਰੰਗਾ ਲਹਿਰਾਇਆ ਜਾਂਦਾ, ਠੀਕ ਹੈ। ਸੋ ਉਸ ਦੇਸ਼ ਦੇ ਰਾਸ਼ਟਰੀ ਗੀਤ ਦੀ ਧੁਨ ਵਜਾਈ ਜਾਂਦੀ ਆ। ਤੇ ਸਾਡੇ ਅਜੇ ਵੀ ਲੋਕ ਖਿਡਾਰੀਆਂ ਦੀਆਂ ਜਾਤਾਂ ਦੇਖ ਰਹੇ ਆ
ਔਰ ਜਿਹੜੀ ਕੁੜੀ ਹੈਟ੍ਰਿਕ ਲਾਉਂਦੀ ਆ ਉਹਦੇ ਜੇ ਉਹ ਟੀਮ ਮੈਚ ਹਾਰਦੀ ਆ ਤਾਂ ਹੈਟ੍ਰਿਕ ਲਾ ਕੇ ਵੀ 올림픽 ਦਾ ਇਤਿਹਾਸ ਬਣਾਉਂਦੀ ਹੈ। ਇੱਕ ਮੈਚ ਦੇ ਵਿੱਚ ਹੈਟ੍ਰਿਕ ਲਾਉਣੀ 3 ਗੋਲ ਕਰਦੀ ਆ ਤੇ ਉਹਦੇ ਬਾਵਜੂਦ ਉਹਦੇ ਘਰ ਦੇ ਬਾਹਰ ਸਿਰ ਫਿਰੇ ਜਾ ਕੇ ਕਹਿੰਦੇ ਆ ਵੀ ਇਹਦੇ ਕਰਕੇ ਟੀਮ ਹਾਰੀ ਆ। ਸੋ ਜੋ ਇਸ ਵੇਲੇ ਜਿਹੜਾ ਟੀਮ ਜਿੱਤ ਕੇ ਆਈ ਆ ਸਾਡਾ ਸਾਰਿਆਂ ਦਾ ਸਵਾਗਤ ਕਰਨਾ ਬਣਦਾ ਬਿਲਕੁਲ। ਤੇ ਇਸ ਕਰਕੇ ਜੇ ਉਤਸ਼ਾਹਿਤ ਕਰਾਂਗੇ ਤੇ ਕੱਲ ਨੂੰ ਹੋਰ ਮੈਡਲ ਦੇਸ਼ ਦੀ ਝੋਲੀ 'ਚ ਖਿਡਾਰੀ ਪਾਉਣਗੇ। ਸੋ ਤੁਸੀਂ ਦੇਖ ਰਹੇ ਸੀ ਪ੍ਰੋਗਰਾਮ ਖਬਰ ਜੰਕਸ਼ਨ ਤੇ ਇਸ ਪ੍ਰੋਗਰਾਮ ਦਾ ਜੋ ਮਕਸਦ ਹੈ ਖਾਸ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਨਾ। ਸੋ ਅਗਲੀ ਵਾਰ ਫਿਰ ਤੋਂ ਨਵੀਆਂ ਖਬਰਾਂ ਦੇ ਨਾਲ ਨਵੀਂ ਵਿਚਾਰ ਚਰਚਾ ਦੇ ਨਾਲ ਹਾਜ਼ਰ ਹੋਵਾਂਗੇ। ਸਿਰ ਤੁਹਾਡਾ ਪ੍ਰੋਗਰਾਮ ਦੇ ਵਿੱਚ ਆਉਣ ਤੇ ਬਹੁਤ ਧੰਨਵਾਦ ਹੈ। ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।